प्रभ महाराज राखो सुलार। चवर छतर तख्त के मालक, गुरता गद्दी उपर सुभायमान, दसां पातशाही अध्यात्मिक स्वरूप जुगो जुग अटल। गरीब नवाज गुरु दो जहान वाली सरबर कायनात, समर्थ गुर धन धन श्री गुरु ग्रंथ साहिब सच्चे पातशाह जी दे पावन पवित्र दर्शन दीदार प्राप्त कर रही निगी गोद दा आनंद रस मान रही समूह गुरु की संगत जी। वडभागीआं जो दल भंजन गुर सूरमा, बड़ जोधा बहु परि उपकारी। धन धन श्री गुरु हरगोबिंद साहिब सच्चे पातशाह दे मुबारक चरण छो प्राप्त। इतिहासक स्थान गुरुद्वारा श्री गुरु सर विखे जुड़ करके गुरबानी दे रस पिन्ने शब्दां दा कीर्तन, सोदर श्री रहराज साहिब जी के जाप श्री मुखवाक प्राप्त कीते लाभ खटिया। सो चल रही गुर इतिहास दी लड़ीवार कथा विचार दा समा है। आओ गुरु के पावन इतिहास दी पावन कथा आरंभ करन तो पहला गुरु की बख्शिश गुर फतेह विच सांझ पाओ। रसना सफलाउंदिआं बुलंद आवाज़ विच बुलाओ, आखो जी वाहिगुरु जी का खालसा वाहिगुरु जी की फतेह। ਅੱਗੇ ਕਥਾ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕੱਲ ਵਾਲੇ ਪ੍ਰਸੰਗ ਨੂੰ ਸੰਖੇਪ ਕੋ ਮਾਤਰ ਦੁਹਰਾ ਲਈਏ ਤਾਂ ਕਿ ਲੜੀ ਜੁੜ ਜਾਵੇ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਪੈਂਦੇ ਖਾਨ ਨੇ ਜੰਗ ਦੇ ਲਈ ਲਲਕਾਰਿਆ। ਸੱਚੇ ਪਾਤਸ਼ਾਹ ਤੇ ਪੈਂਦੇ ਖਾਨ ਦੇ ਵਿੱਚ ਜੰਗ ਆਰੰਭ ਹੋਈ। ਇਸਨੇ ਮਨ ਬਣਾਇਆ ਵੀ ਜੇ ਘੋੜੇ ਤੇ ਸਵਾਰ ਹੋਇਆ ਸਤਿਗੁਰਾਂ ਦੇ ਨਾਲ ਜੰਗ ਲੜੀ ਬੇਸ਼ੱਕ ਬਰਾਬਰ ਦੀ ਹੋਏਗੀ, ਪਰ ਜੋ ਮੇਰੀ ਮਨਸ਼ਾ ਹੈ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜਨ ਦੀ ਜਾਂ ਘੋੜੇ ਦੇ ਸਮੇਤ ਚੁੱਕ ਕੇ ਰਣ ਭੂਮੀ ਦੇ ਵਿੱਚ ਸੁੱਟਣ ਦੀ, ਉਹ ਸਫਲ ਨਹੀਂ ਹੋ ਸਕਣੀ ਘੋੜੇ ਤੇ ਬੈਠਿਆਂ। ਇਸ ਕਰਕੇ ਇਸਨੇ ਘੋੜਾ ਤਿਆਗ ਦਿੱਤਾ ਹੈ ਔਰ ਆਪਣੇ ਹੱਥ ਦੇ ਵਿੱਚ ਇਸਨੇ ਆਪਣੀ ਤਿੱਖੀ ਸ਼੍ਰੀ ਸਾਹਿਬ ਪਕੜੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੰਗਾਂ ਦਾ ਨਿਸ਼ਾਨਾ ਬਣਾਇਆ, ਪੱਟ ਦੇ ਉੱਪਰ ਵਾਰ ਕਰਨਾ ਚਾਹਿਆ। ਜਦੋਂ ਤੇਜ਼ੀ ਦੇ ਨਾਲ ਦੌੜਿਆ ਹੈ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸਮਝ ਗਏ ਚਾਲ ਇਸ ਦੀ। ਆਪਣੀਆਂ ਘੋੜੇ ਦੀਆਂ ਜਿਹੜੀਆਂ ਰਕਾਬਾਂ ਦੇ ਵਿੱਚ ਚਰਨ ਟਿਕਾਏ ਹੋਏ ਸੀ, ਇਹ ਦੋਵੇਂ ਰਕਾਬਾਂ 10 ਕਿਲੋ ਵਜਣ ਦੀਆਂ ਤੇ ਕਹਿਣ ਦੀਆਂ ਬਣੀਆਂ ਹੋਈਆਂ ਸੀ, ਧਾਤ ਚੜ੍ਹੀ ਹੋਈ ਸੀ ਉੱਪਰ। ਇਸ ਨੂੰ ਵਾਰ ਕਰਦਾ ਵੇਖ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਪਣੇ ਚਰਨਾਂ ਦੇ ਨਾਲ ਆਪਣੇ ਘੋੜੇ ਦੀ ਰਕਾਬ ਉਤਾਂਹ ਨੂੰ ਚੁੱਕ ਦਿੱਤੀ। ਇਸ ਦਾ ਖੰਡੇ ਨਾਲ ਕੀਤਾ ਹੋਇਆ ਵਾਰ ਰਕਾਬ ਦੇ ਉੱਪਰ ਲੱਗਿਆ ਔਰ ਨਿਸ਼ਫਲ ਹੋ ਗਿਆ। ਇਸ ਨੇ ਪੈਂਤਰਾ ਬਦਲਿਆ ਹੈ, ਪਿੱਛੇ ਹਟਿਆ, ਤੁਰਤ ਫਿਰ ਵਾਰ ਕਰਨ ਦਾ ਮਨ ਬਣਾਇਆ ਫੁਰਤੀ ਦੇ ਨਾਲ। ਇੰਨੇ ਸਮੇਂ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਕਰ ਕਮਲਾਂ ਦੇ ਵਿੱਚ ਆਪਣਾ ਢਾਲਾ ਧਾਰਨ ਕੀਤਾ, ਜਿਹੜਾ ਬੜਾ ਭਾਰੀ ਹੈ।
ਜਦੋਂ ਦੂਜਾ ਵਾਰ ਕਰਨ ਦੇ ਵਾਸਤੇ ਫੁਰਤੀ ਦੇ ਨਾਲ ਆਇਆ ਹੈ, ਇਸ ਦੇ ਵਾਰ ਨੂੰ ਪਰਖ ਕੇ ਗਰੀਬ ਨਵਾਜ ਨੇ ਆਪਣੀ ਢਾਲ ਦੇ ਉੱਪਰ ਰੋਕ ਲਿਆ ਹੈ। ਇਸ ਦਾ ਦੂਜਾ ਕੀਤਾ ਹੋਇਆ ਵਾਰ ਵੀ ਅਸਫਲ ਹੋ ਗਿਆ। ਮਨ ਵਿੱਚ ਬੜਾ ਚਿੰਤਤ ਹੋਇਆ ਕਿ 2 ਵਾਰ ਨਿਸਫਲ ਚਲੇ ਗਏ, ਕਾਰਜ ਨਹੀਂ ਕੋਈ ਸਰ ਰਿਹਾ। ਇਸਨੇ ਦਾ ਬਦਲਿਆ, ਪਹਿਲਾਂ ਸੱਜੇ ਬੰਨਿਓਂ ਵਾਰ ਕਰਦਾ ਸੀ, ਹੁਣ ਖੱਬੇ ਬੰਨੇ ਦੀ ਆ ਗਿਆ ਹੈ। ਖੱਬੇ ਪਾਸੇ ਵਾਲੇ ਬੰਨੇ ਦੀ ਆ ਕਰਕੇ ਇਸਨੇ ਤੀਜਾ ਵਾਰ ਆਪਣੀ ਸ਼੍ਰੀ ਸਾਹਿਬ ਦਾ ਬੜੇ ਜ਼ੋਰ ਦੇ ਨਾਲ, ਸਰੀਰਕ ਤਾਣ ਦੇ ਨਾਲ, ਪੂਰੇ ਜ਼ੋਰ ਦੇ ਨਾਲ ਕੀਤਾ ਸਤਿਗੁਰਾਂ ਤੇ। ਗਰੀਬ ਨਵਾਜ ਨੇ ਇਸ ਦੀ ਦਸ਼ਾ ਪਰਖ ਕੇ ਆਪਣੇ ਢਾਲੇ ਨੂੰ ਇਹਦਾ ਤੀਸਰਾ ਵਾਰ ਰੋਕਣ ਦੇ ਲਈ ਇਸ ਦੀ ਸ਼੍ਰੀ ਸਾਹਿਬ ਅੱਗੇ ਕੀਤਾ ਹੈ। ਸਤਿਗੁਰਾਂ ਦੇ ਭਾਰੇ ਢਾਲੇ ਦੇ ਉੱਪਰ ਅੱਗੇ ਜਿਹੜਾ ਫੁੱਲ ਲੱਗਿਆ ਹੋਇਆ ਸੀ ਇੱਕ ਲੋਹੇ ਦਾ, ਉਹ ਕਿਲੋ ਵਜਨ ਦਾ ਸੀ। ਉਸ ਦੇ ਉੱਪਰ ਇਸ ਦੀ ਸ਼੍ਰੀ ਸਾਹਿਬ ਬੜੇ ਜ਼ੋਰ ਨਾਲ ਟਕਰਾਈ ਔਰ ਟਕਰਾ ਕਰਕੇ 2 ਟੋਟੇ ਹੋ ਗਈ। ਕੱਲਾ ਮੁੱਠਾ ਇਸ ਦੇ ਹੱਥ ਵਿੱਚ ਰਹਿ ਗਿਆ ਹੈ। ਟੁੱਟੀ ਹੋਈ ਸ਼੍ਰੀ ਸਾਹਿਬ ਦਾ ਮੁੱਠਾ ਸੁੱਟ ਕਰਕੇ ਮਨ ਬਣਾ ਲਿਆ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਘੋੜੇ ਸਮੇਤ ਚੁੱਕ ਕੇ ਪਟਕਦੇ ਹਾਂ। ਝੁਕ ਕਰਕੇ ਘੋੜੇ ਦੇ ਹੇਠਾਂ ਪ੍ਰਵੇਸ਼ ਕੀਤਾ। ਕਾਠੀ ਨੂੰ ਕੱਸਣ ਵਾਲੀ ਪੇਟੀ ਜਿਹੜੀ ਤੰਗ ਹੁੰਦੀ ਹੈ, ਉਸ ਨੂੰ ਇਸਨੇ ਇੱਕ ਹੱਥ ਪਾਇਆ ਥੱਲਿਓਂ ਔਰ ਦੂਜਾ ਹੱਥ ਉੱਪਰ ਪਾ ਲਿਆ ਹੈ। ਇਉਂ ਕੌਰ ਦੇ ਵਿੱਚ, ਜੱਫੀ ਦੇ ਵਿੱਚ ਲੈ ਲਿਆ ਘੋੜੇ ਦੇ ਤਾਹੀਂ। ਚੁੱਕਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਆਪ ਮੇਰੀ ਪੀਰੀ ਦੇ ਮਾਲਕ, ਜਗਤ ਗੁਰੂ ਨਿਰੰਕਾਰ ਆਪ ਸਵਾਰ ਸੀ, ਇਸ ਕਰਕੇ ਚੁੱਕ ਨਹੀਂ ਸਕਿਆ। ਬੜਾ ਤਾਣ ਲਾਇਆ, ਬੜਾ ਜ਼ੋਰ ਲਾਇਆ। ਇੱਧਰੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਵਕਤ ਵੇਖਿਆ ਵੀ ਉਸਨੇ ਘੋੜਾ ਪਕੜ ਲਿਆ, ਮਹਾਰਾਜ ਨੇ ਜੋੜ ਕੇ ਦੋਵੇਂ ਰਕਾਬਾਂ ਮਾਰੀਆਂ ਘੋੜੇ ਨੂੰ ਤੋੜਨ ਦੇ ਲਈ, ਇਹਦੇ ਚੰਗਲ ਵਿੱਚੋਂ ਕੱਢਣ ਦੇ ਲਈ। ਘੋੜਾ ਵੀ ਪੂਰਾ ਬਲੀ ਸੀ, ਬੜਾ ਜ਼ੋਰ ਲਾਇਆ ਘੋੜੇ ਨੇ, ਪਰ ਇਸਨੇ ਵਾਲ ਭਰ ਵੀ ਘੋੜੇ ਨੂੰ ਹਿੱਲਣ ਨਾ ਦਿੱਤਾ। ਗਰੀਬ ਨਵਾਜ ਸਮਝ ਗਏ ਵੀ ਬਲੀ ਤੁਰਕ ਨੇ, ਇਸ ਪਠਾਨ ਨੇ ਘੋੜੇ ਨੂੰ ਜਕੜਿਆ ਹੋਇਆ, ਇਸ ਕਰਕੇ ਤੁਰ ਨਹੀਂ ਸਕਦਾ ਹੈ। ਪਰ ਖੱਬੇ ਬੰਨੇ ਸੀ, ਸੱਜੇ ਹੱਥ ਨਾਲ ਸ਼੍ਰੀ ਸਾਹਿਬ ਦਾ ਵਾਰ ਪਹੁੰਚਦਾ ਨਹੀਂ, ਘੋੜੇ ਦੇ ਹੇਠਾਂ ਸੀ। ਇਸ ਕਰਕੇ ਗਰੀਬ ਨਵਾਜ ਨੇ ਖੱਬੇ ਹੱਥ ਵਿੱਚ ਪਕੜੇ ਹੋਏ ਆਪਣੇ ਢਾਲੇ ਨੂੰ ਸੰਭਾਲਿਆ ਹੈ। ਸੰਭਾਲ ਕਰਕੇ ਇਸ ਦੇ ਸਿਰ ਦੇ ਵਿੱਚ ਉੱਤੋਂ ਆਪਣੇ ਭਾਰੀ ਢਾਲੇ ਦਾ ਖੱਬੇ ਹੱਥ ਦੇ ਨਾਲ ਵਾਰ ਕੀਤਾ। ਅਚਾਨਕ ਅਚਨਚੇਤ ਹੋਏ ਇਸ ਵਾਰ ਦਾ ਕਰਕੇ ਇਸ ਦੇ ਹੱਥ ਜਿਹੜੇ ਉਸ ਸਮੇਂ ਪਏ ਹੋਏ ਸੀ ਰਕਾਬਾਂ ਨੂੰ, ਤੰਗ ਨੂੰ, ਉਹ ਛੁੱਟ ਗਏ। ਇਸ ਨੂੰ ਚੱਕਰ ਆਉਣ ਲੱਗ ਪਏ, ਸਿਰ ਘੁੰਮਦਾ। ਥੋੜ੍ਹਾ ਸਮਾਂ ਖਲੋ ਕਰਕੇ ਗੋਡਿਆਂ ਭਾਰ ਧਰਤੀ 'ਤੇ ਹੋ ਗਿਆ ਹੈ। ਫਿਰ ਭਵਾਂਟਣੀ ਖਾ ਕੇ ਡਿੱਗ ਪਿਆ ਔਰ ਬੇਹੋਸ਼ੀ ਦੀ ਹਾਲਾਤ ਨੂੰ ਪ੍ਰਾਪਤ ਹੋ ਗਿਆ, ਬੇਹੋਸ਼ ਹੋ ਗਿਆ, ਹੋਸ਼ ਨਾ ਰਹੀ। ਇਸ ਨੂੰ ਬੇਵੱਸ ਜਾਣ ਕਰਕੇ ਗਰੀਬ ਨਵਾਜ ਨੇ ਵਾਰ ਨਾ ਕੀਤਾ, ਘੋੜੇ ਦੀ ਸਵਾਰੀ ਤਿਆਗ ਦਿੱਤੀ। ਆਪਣਾ ਰਣ ਦਾ, ਸੂਰਮਤਾਈ ਦਾ ਧਰਮ ਸੰਭਾਲਿਆ। ਇਉਂ ਇਹ ਫਿਰ ਹੋਸ਼ ਦੇ ਵਿੱਚ ਆਇਆ ਹੈ ਥੋੜ੍ਹੇ ਸਮੇਂ ਬਾਅਦ। ਇੱਧਰ ਇਹ ਹੋਸ਼ ਦੇ ਵਿੱਚ ਆਇਆ, ਇੱਧਰ ਗੁਰੂ ਕੇ ਮਹਿਲ ਉੱਚੀਆਂ ਥਾਵਾਂ 'ਤੇ ਬੈਠ ਕਰਕੇ ਟਾਰੀਆਂ ਦੇ ਵਿੱਚ ਇਸ ਸਾਰੇ ਜੰਗ ਨੂੰ ਆਪਦਿਆਂ ਨੇਤਰਾਂ ਦੇ ਨਾਲ ਵੇਖ ਰਹੇ ਹਨ ਔਰ ਨਾਲ ਨਾਲ ਅਰਦਾਸ ਕਰਦੇ ਆ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਆਪ ਕਿਰਪਾ ਕਰਕੇ ਸਹਾਇਕ ਹੋਵੋ ਔਰ ਇਸ ਜੰਗ ਦੇ ਵਿੱਚ ਲਾਜ ਰੱਖੋ, ਤੁਰਕਾਂ ਦੀ ਹਾਰ ਹੋਵੇ ਜਾਂ ਤੁਰਕ ਭੱਜ ਜਾਣ। ਨਗਰ ਦੀਆਂ ਹੋਰ ਵੀ ਇਸਤਰੀਆਂ ਆਪਣੇ ਬੱਚਿਆਂ ਦੇ ਸਮੇਤ, ਆਪਣੇ ਪਰਿਵਾਰ ਦੇ ਸਮੇਤ ਅਰਦਾਸ ਕਰ ਰਹੀਆਂ ਹਨ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਭੈ ਭੀਤ ਹੋਏ ਲੋਕਾਂ ਦੀ ਹਾਲਾਤ ਪਛਾਣੀ ਔਰ ਇਸ ਜੰਗ ਨੂੰ ਸਮਾਪਤ ਕਰਨ ਦੀ ਮਨਸ਼ਾ ਬਣਾ ਲਈ ਹੈ। ਕੱਲ੍ਹ ਆਪਾਂ ਇੱਥੋਂ ਤੱਕ ਇਹ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਸ਼੍ਰਵਣ ਕੀਤੀ ਸੀ।
ਆਓ ਅੱਗੇ ਜਿਸ ਤਰੀਕੇ ਦੇ ਨਾਲ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆ ਰਹੀ ਹੈ, ਮਨ ਬਿਰਤੀਆਂ ਇਕਾਗਰ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਪਾਵਨ ਇਤਿਹਾਸ ਦੇ ਨਾਲ ਜੁੜ ਕੇ ਨਿਹਾਲ ਹੋਈਏ ਜੀ। ਵਾਹਿਗੁਰੂ ਸਾਹਿਬ ਜੀ। ਪ੍ਰਭ ਮਹਾਰਾਜ ਰਾਖੋ ਸੋ ਲਾਜ। ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇਉਂ ਸਾਰੇ ਨਗਰ ਨਿਵਾਸੀ ਅਰਦਾਸਾਂ ਕਰਦੇ ਆ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਪਤ ਰੱਖੋ ਜੀ। ਤੁਰਕਾਨ ਹਾਨ ਕਾ ਜਾਹੇ ਭਾਜ। ਜਾਂ ਤੇ ਤੁਰਕਾਂ ਦਾ ਵਿਨਾਸ਼ ਹੋ ਜਾਵੇ, ਮਰ ਜਾਣ, ਤੇ ਜਾਂ ਇਹ ਰਣ ਭੂਮੀ ਤਿਆਗ ਕਰਕੇ ਭੱਜ ਜਾਣ। ਸਭ ਹੁਣ ਹਿਰਦੈ ਕੀ ਗੁਰ ਪਛਾਨ। ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਜੋਤ ਗਰੀਬ ਨਵਾਜ ਨੇ ਸਭ ਸੰਗਤਾਂ ਦੇ ਹਿਰਦਿਆਂ ਦੀ ਗੱਲ ਪਛਾਣੀ। ਭਾਤ ਤਪਤ ਤੇਜ ਵਿਦਿਤਿਓ ਮਹਾਨ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਤਾਪ ਤੇਜ, ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਦਾ, ਜਿਨ੍ਹਾਂ ਦਾ ਸਾਰੇ ਸੰਸਾਰ ਵਿੱਚ ਹੀ ਪ੍ਰਗਟ ਹੈ, ਜ਼ਾਹਰ ਹੈ, ਸਭ ਜਾਣਦੇ ਹੈ ਕਿ ਗਰੀਬ ਨਵਾਜ ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ ਹੈ। ਕਮਾਲੇ ਕਰਾਮਾਤ ਕਾਇਮ ਕਰੀ ਮੈਂ ਗੁਰ ਦਇਆਲ ਸਮਰੱਥ ਗੁਰ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸਾਰੀ ਹਾਲਾਤ ਸਭ ਸੰਗਤ ਦੀ ਸਮਝੀ ਹੈ। ਕਾਰਹਾਨ ਕੋ ਜਤਨ ਕੀਨਾ। ਅਰਦਾਸਾਂ ਬੇਨਤੀਆਂ ਸੁਣ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਤੁਰਕਾਂ ਨੂੰ ਵਿਨਾਸ਼ ਕਰਨ ਦਾ ਉਦਮ ਧਾਰ ਲਿਆ ਹੈ ਜੀ। ਸਭ ਖਰੋ ਭਇਓ ਪੈਂਦਾ ਸੋਚੀਨਾ। ਇੱਧਰ ਜਦੋਂ ਪੈਂਦੇ ਖਾਣ ਦੀ ਬੇਹੋਸ਼ੀ ਖੁੱਲੀ, ਇਹ ਬੇਹੋਸ਼ੀ ਦੀ ਨੀਂਦ ਦੇ ਵਿੱਚੋਂ ਜਾਗਿਆ, ਇਸ ਨੂੰ ਹੋਸ਼ ਆਈ ਹੈ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤੱਕਿਆ ਇਸ ਤਾਈਂ। ਬੋਲੇ ਬੰਗਾਰ ਸੁਣ ਰੇ ਪਠਾਨ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਵੰਗਾਰ ਪਾਈ ਇਸ ਦੇ ਤਾਈਂ, ਕਹਿਣ ਲੱਗੇ ਸੁਣ ਹੇ ਪਠਾਨਾ ਸਾਡੀ ਗੱਲ ਦੇ ਤਾਈਂ। ਮਾਮਾ ਵਾਰ ਦੇਹੋ ਬਨ ਸਾਵਧਾਨ। ਮੇਰੇ ਜਿਹੜੇ ਵਾਰ ਬਣਦੇ ਆ ਨਾ ਹੁਣ ਰਣ ਭੂਮੀ ਦੇ ਵਿੱਚ, ਉਹ ਸਾਡੇ ਵਾਰ ਸਾਨੂੰ ਵਾਪਸ ਦੇ, ਸਾਵਧਾਨ ਹੋ ਜਾ, ਹੁਣ ਪੂਰੀ ਤਿਆਰੀ ਖਿੱਚ ਲੈ। ਕਰ ਲੀਨ ਤੀਨਾ ਤੈ ਬਲ ਲਗਾਏ। ਤੂੰ ਜ਼ੋਰ ਲਾ ਕਰਕੇ ਰਣ ਭੂਮੀ ਦੇ ਵਿੱਚ 3 ਵਾਰ ਸਾਡੇ ਉੱਪਰ ਕਰ ਚੁੱਕਿਆ ਹੈ। ਸਭ ਪੈਂਦੇ ਖਾਰ ਬੋਲਿਓ ਰਸਾਏ। ਜਦੋਂ ਗਰੀਬ ਨਵਾਜ ਦੇ ਇਹ ਪਵਿੱਤਰ ਬਚਨ ਸੁਣੇ ਨਾ, ਅੱਗੋਂ ਪੈਂਦੇ ਖਾਨ ਨੂੰ ਬੜਾ ਗੁੱਸਾ ਚੜਿਆ। ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਕਿਆ ਕਰੋ ਵਾਰ ਗਹਿ ਲਿਓ ਅੰਗ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਕੀ ਮੇਰੇ ਉੱਪਰ ਵਾਰ ਕਰੋਗੇ ਜੀ? ਮੈਂ ਤੁਹਾਡੇ ਸਰੀਰ ਨੂੰ ਹੁਣ ਪਕੜ ਲੈਣਾ ਹੈ, ਜਕੜ ਲੈਣਾ ਹੈ, ਆਪਣੀ ਜੱਫੀ ਦੇ ਵਿੱਚ, ਕੌਰ ਦੇ ਵਿੱਚ ਭਰ ਲੈਣਾ, ਮੈਂ ਤੁਹਾਨੂੰ ਹਿੱਲਣ ਹੀ ਨਹੀਂ ਦੇਣਾ। ਤੁਸੀਂ ਵਾਰ ਤੇ ਮੇਰੇ ਉੱਪਰ ਤਾਂ ਕਰ ਸਕਦੇ ਹੋ ਜੇ ਮੈਂ ਤੁਹਾਨੂੰ ਵਾਰ ਕਰਨ ਦਾ ਮੌਕਾ ਦਿਆਂਗਾ। ਅਬ ਕੇਰਾ ਛੁਟੋ ਗਹਿ ਕਹੋ ਕੁਢੰਗ। ਇਸ ਵਾਰ ਤੁਸੀਂ ਮੇਰੀ ਪਕੜ ਦੇ ਵਿੱਚੋਂ, ਗ੍ਰਿਫਤ ਦੇ ਵਿੱਚੋਂ ਛੁੱਟ ਨਹੀਂ ਸਕੋਗੇ। ਪਹਿਲਾਂ ਤਾਂ ਛੁੱਟ ਗਏ ਸੀ, ਤੁਸੀਂ ਘੋੜੇ ਤੇ ਸਵਾਰ ਸੀ, ਇਸ ਲਈ ਹੁਣ ਐਸੇ ਜ਼ਬਰ ਤਰੀਕੇ ਦੇ ਨਾਲ ਪਕੜਾਂਗਾ, ਐਸੇ ਖੋਟੇ ਤਰੀਕੇ ਦੇ ਨਾਲ ਪਕੜਾਂਗਾ, ਐਸੇ ਬਲ ਦੇ ਨਾਲ ਕਿ ਤੁਸੀਂ ਜਿੰਨੇ ਮਰਜ਼ੀ ਯਤਨ ਕਰ ਲਿਓ, ਮੇਰੀ ਪਕੜ ਦੇ ਵਿੱਚੋਂ ਆਪਣੇ ਆਪ ਨੂੰ ਛੁਡਾ ਨਹੀਂ ਸਕੋਗੇ। ਲੈ ਹੋ ਉਠਾਏ ਬਸ ਕਰ ਮਹਾਰਾ। ਔਰ ਤੁਹਾਨੂੰ ਆਪਣੇ ਵਸੀਕਾਰ ਕਰਕੇ, ਆਪਣੇ ਜ਼ੋਰ ਦੇ ਨਾਲ ਮੈਂ ਇੱਥੋਂ ਚੁੱਕ ਕੇ ਲੈ ਜਾਣਾ ਜੀ। ਕਰ ਲਿਜੈ ਉਜਦ ਹੋ ਨਾ ਜਹਾਨ। ਜਿੰਨਾ ਮਰਜ਼ੀ ਓਜ ਜ਼ੋਰ ਕਰ ਲਿਓ ਤੁਸੀਂ ਰਣ ਭੂਮੀ ਵਿੱਚ, ਮੈਂ ਤੁਹਾਨੂੰ ਜਾਣ ਨਹੀਂ ਦੇਣਾ, ਹੁਣ ਛੁੱਟਣ ਨਹੀਂ ਦੇਣਾ ਹੈ ਆਪਣੀ ਪਕੜ ਦੇ ਵਿੱਚੋਂ। ਨਹਿ ਗਹਿਓ ਗਇਓ ਛੁੱਟ ਗਾ ਸੁਖੈਨ। ਪਹਿਲਾਂ ਮੇਰੇ ਪਾਸੋਂ ਚੰਗੇ ਤਰੀਕੇ ਦੇ ਨਾਲ ਪਕੜਿਆ ਨਹੀਂ ਸੀ ਗਿਆ ਤੁਹਾਨੂੰ, ਮੈਂ ਘੋੜੇ ਨੂੰ ਪਕੜ ਨਹੀਂ ਸੀ ਸਕਿਆ, ਇਸ ਕਰਕੇ ਤੁਸੀਂ ਮੇਰੇ ਪਾਸੋਂ ਸੌਖੇ ਤਰੀਕੇ ਨਾਲ ਹੀ ਛੁੱਟ ਗਏ ਸੀ। ਗੁਣ ਸੁਨ ਗੁਰੂ ਕੋਪ ਤੇ ਲਾਲ ਨੈਣ। ਜਦੋਂ ਇਸ ਦੀਆਂ ਗੱਲਾਂ ਸੁਣੀਆਂ, ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਨੇਤਰ ਬੇਰ ਰਸ ਦੇ ਨਾਲ ਉਸ ਸਮੇਂ ਲਾਲ ਹੋ ਗਏ। ਪਹੁੰਚੇ ਸਮੀਪ ਅਇਤ ਉਤ ਫਰੰਤ। ਹੱਥ ਦੇ ਵਿੱਚ ਗਰੀਬ ਨਵਾਜ ਨੇ ਸ਼੍ਰੀ ਸਾਹਿਬ ਧਾਰਨ ਕੀਤੀ ਔਰ ਇਸ ਦੇ ਨੇੜੇ ਪਹੁੰਚ ਗਏ।
ਨੇੜੇ ਪਹੁੰਚ ਕਰਕੇ ਇੱਧਰ ਉੱਧਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਪੈਂਤਰਾ ਬਦਲਿਆ ਹੈ। ਜਿਵੇਂ ਸ਼ਸਤਰ ਧਾਰੀ ਸੂਰਮੇ ਦਵੰਦ ਯੁੱਧ ਲੜਦੇ ਆ, ਜੰਗ ਦੇ ਵਿੱਚ ਕਰਦੇ ਆ, ਬਚਾਅ ਦੇ ਲਈ, ਵਾਰ ਕਰਨ ਦੇ ਲਈ ਮੌਕਾ ਦਾ ਲੱਭਦੇ ਆ। ਉਸ ਤਰੀਕੇ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਜੰਗ ਭੂਮੀ ਦੇ ਵਿੱਚ ਇਸ ਦੇ ਉਦਾਲੇ ਮੌਕਾ ਲੱਭਦੇ ਹੋਏ ਇਉਂ ਗਰੀਬ ਨਵਾਜ ਨੇ ਗੇੜਾ ਦਿੱਤਾ ਹਲਕਾ ਜਿਹਾ। ਕਰ ਸਿਫਰ ਖਾਨ ਆਗੇ ਕਰਮਤਾ। ਔਰ ਇਧਰ ਪੈਂਦੇ ਖਾਨ ਨੇ ਆਪਣੇ ਹੱਥ ਵਿੱਚ ਢਾਲ ਪਕੜ ਲਈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁਖ ਸਾਹਮਣੇ ਕੀਤੀ ਹੋਈ ਹੈ, ਸੱਚੇ ਪਾਤਸ਼ਾਹ ਦੇ ਵਾਰ ਤੋਂ ਬਚਣ ਦੇ ਲਈ। ਗੁਰ ਚਹਤ ਏਕ ਹੀ ਵਾਰ ਸੰਗ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਚਾਹੁੰਦੇ ਆ ਵੀ ਮੈਂ ਇੱਕੇ ਹੀ ਵਾਰ ਦੇ ਨਾਲ ਚੀਰਹਿ ਸਰੀਰ ਕਰ ਪ੍ਰਾਣ ਭੰਗ। ਇਸ ਤੁਰਕ ਦੇ ਸਰੀਰ ਨੂੰ ਚੀਰ ਦੇਵਾਂ ਔਰ ਇਸ ਦੇ ਪ੍ਰਾਣਾਂ ਨੂੰ ਭੰਗ ਕਰਦਿਆਂ ਇਸ ਦੇ ਸਰੀਰ ਦੇ ਵਿੱਚੋਂ ਕੱਢ ਲਵਾਂ। ਤਬ ਪੈਂਦੇ ਖਾਨ ਚਿੱਤ ਚਾਹੇ ਧਾਰ। ਇਧਰ ਉਸ ਸਮੇਂ ਪੈਂਦੇ ਖਾਨ ਨੇ ਆਪਣੇ ਹਿਰਦੇ ਦੇ ਵਿੱਚ ਇਹ ਇੱਛਾ ਕੀਤੀ ਗੁਰ ਗਾਹੋਂ ਅਬ ਕੌਰੀ ਮਜਾਰ। ਕਿ ਹੁਣ ਮੈਂ ਇਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੀ ਗਲਵਕੜੀ ਦੇ ਵਿੱਚ ਪਕੜਾਂ। ਲੈ ਚੱਲੋਂ ਬਾਹਰ ਨਹਿ ਕੋ ਛੁਰਾਈ। ਔਰ ਚੁੱਕ ਕਰਕੇ ਸਿੱਖ ਸੂਰਮਿਆਂ ਦੇ ਘੇਰੇ ਦੇ ਵਿੱਚੋਂ ਬਾਹਰ ਲੈ ਜਾਵਾਂ, ਜਿੱਥੇ ਕਿ ਮੇਰੇ ਪਾਸੋਂ ਕੋਈ ਸਤਿਗੁਰਾਂ ਨੂੰ ਛਡਾ ਨਾ ਸਕੇ। ਹਰ ਘਰੇ ਮਹਿਦ ਸਭ ਧਾਏ ਆਈ। ਜੇ ਮੈਂ ਪਕੜ ਕਰਕੇ ਇੱਥੇ ਦਲ ਦੇ ਵਿੱਚ ਖਲੋਤਾ ਰਿਹਾ ਤਾਂ ਸਾਰੇ ਦੌੜ ਕਰਕੇ ਗੁਰੂ ਕੇ ਸਿੱਖ ਸੂਰਮੇ ਮੇਰੇ ਉੱਪਰ ਹਮਲਾ ਕਰ ਦੇਣਗੇ। ਜਿਵੇਂ ਚਿਤਵਾ ਰੋਕਬੇ ਢਾਲ ਤਿਆਗ। ਇਸ ਤਰੀਕੇ ਦੇ ਨਾਲ ਹਿਰਦੇ ਦੇ ਵਿੱਚ ਇਸ ਨੇ ਵਿਚਾਰ ਕੀਤੀ ਔਰ ਆਪਣੇ ਹੱਥ ਦੇ ਵਿੱਚੋਂ ਢਾਲ ਸੁੱਟ ਦਿੱਤੀ ਹੈ ਕਿ ਸਤਿਗੁਰਾਂ ਦੇ ਵਾਰ ਤੋਂ ਬਚ ਕਰਕੇ ਮੈਂ ਸਤਿਗੁਰਾਂ ਨੂੰ ਪਕੜ ਲਵਾਂ ਆਪਣੀ ਗਲਵੱਕੜੀ ਵਿੱਚ। ਇਹ ਵਿਚਾਰ ਬਣਾ ਕੇ ਢਾਲ ਇਸ ਨੇ ਤਿਆਗ ਦਿੱਤੀ। ਕਰ ਫੁਰਤ ਤੁਰਤ ਗੁਰ ਗਹਿਨ ਲਾਗ। ਔਰ ਬੜੀ ਫੁਰਤੀ ਕਰਕੇ ਬੜੀ ਕਾਹਲੀ ਦੇ ਨਾਲ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੀ ਗਲਵੱਕੜੀ ਵਿੱਚ ਲੈਣ ਦੇ ਲਈ ਦੌੜਿਆ ਹੈ, ਪਕੜਨਾ ਚਾਹੁੰਦਾ ਹੈ। ਅਵਕਾਸ਼ ਪਾਏ ਸ੍ਰੀ ਹਰਗੋਬਿੰਦ। ਇਧਰੋਂ ਮੌਕਾ ਪਾ ਕਰਕੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਨੇ ਹਰ ਖਾਕ ਪ੍ਰਚੰਡ ਤੜਤਾ ਮਨੇ। ਆਪਣੇ ਤਿੱਖੇ ਖੰਡੇ ਦੇ ਤਾਈ, ਤਿੱਖੀ ਸ੍ਰੀ ਸਾਹਿਬ ਦੇ ਤਾਈ ਬਿਜਲੀ ਦੀ ਨਿਆਈ ਬੜੇ ਜ਼ੋਰ ਔਰ ਬਹੁਤ ਫੁਰਤੀ ਦੇ ਨਾਲ ਬਲਤੀ ਉਭਾਰ ਸਤਿਗੁਰੂ ਸਰੀਰਾ। ਜ਼ੋਰ ਦੇ ਨਾਲ ਹਵਾ ਦੇ ਵਿੱਚ ਲਹਿਰਾ ਕਰਕੇ ਆਪਣੇ ਵੈਰੀ ਦੇ ਸਰੀਰ ਦੇ ਉੱਪਰ ਵਾਰ ਕਰ ਦਿੱਤਾ ਆਪਣੀ ਸ੍ਰੀ ਸਾਹਿਬ ਦਾ ਬੜਾ ਭਾਰੀ ਭਰਮਾ। ਕੀਨੋ ਪ੍ਰਹਾਰ ਦੀਨੋ ਸੁਚੀਰ। ਔਰ ਐਸਾ ਵਾਰ ਕੀਤਾ ਹੈ ਇਸ ਦੇ ਸਰੀਰ ਉੱਪਰ ਕਿ ਸਤਿਗੁਰਾਂ ਦੇ ਕਰ ਕਮਲਾਂ ਤੋਂ ਚੱਲੇ ਸ੍ਰੀ ਸਾਹਿਬ ਇਸ ਨੂੰ ਚੀਰ ਕਰਕੇ ਪਾਰ ਲੰਘ ਗਈ। ਵਤਰ ਮਨੋ ਲੈ ਕੇ ਤਰਖਾਨ। ਕਹਿੰਦੇ ਇਸ ਤਰੀਕੇ ਦੇ ਨਾਲ ਇਸ ਦਾ ਸਰੀਰ ਚੀਰਿਆ ਗਿਆ ਸਤਿਗੁਰਾਂ ਦੇ ਵਾਰ ਦੇ ਨਾਲ। ਜਿਸ ਤਰੀਕੇ ਨਾਲ ਕੋਈ ਲੱਕੜਹਾਰਾ ਆਪਣੇ ਹੱਥਾਂ ਦੇ ਵਿੱਚ ਆਰੀ ਨੂੰ ਲੈ ਕਰਕੇ ਜਿਵੇਂ ਕਰਤ ਦੋਏ ਕਾਸ਼ਟ ਮਹਾਨ। ਇੱਕ ਮਹਾਨ ਲੱਕੜ ਦੇ ਤਾਈ ਦੋ ਹਿੱਸਿਆਂ ਦੇ ਵਿੱਚ ਵੰਡ ਦਿੰਦਾ ਹੈ ਨਾ, ਇਸ ਤਰੀਕੇ ਨਾਲ ਇਸ ਵਾਰ ਦੇ ਨਾਲ ਇਸ ਦਾ ਸਰੀਰ ਵੀ ਚੀਰਿਆ ਗਿਆ ਔਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਜਿਵੇਂ ਸੁਣੀ ਗਰ ਲੈ ਲੋਹ ਤਾਰ। ਜਿਸ ਤਰੀਕੇ ਦੇ ਨਾਲ ਸਬਨੀਗਰ ਸਾਬਣ ਨੂੰ ਕੱਟਣ ਵਾਲਾ ਹੁੰਦਾ ਜਿਹੜਾ, ਉਹ ਆਪਣੇ ਹੱਥਾਂ ਦੇ ਵਿੱਚ ਇੱਕ ਪਤਲੀ ਲੋਹੇ ਦੀ ਤਾਰ ਨੂੰ ਲੈ ਕਰਕੇ ਸਾਬਨ ਦੁਖੰਡ ਕਰ ਬਿਨ ਅਵਾਰ। ਬਿਨਾਂ ਕਿਸੇ ਦੇਰੀ ਤੋਂ, ਬਿਨਾਂ ਕਿਸੇ ਮੁਸ਼ਕਲ ਤੋਂ ਸਾਬਣ ਨੂੰ ਤਾਰ ਦੇ ਨਾਲ ਕੱਟ ਕਰਕੇ ਦੋ ਹਿੱਸਿਆਂ ਵਿੱਚ ਵੰਡ ਦਿੰਦਾ ਹੈ। ਇਉਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਰ ਕਮਲਾਂ ਤੋਂ ਚੱਲੀ ਸ੍ਰੀ ਸਾਹਿਬ ਨੇ ਪੈਂਦੇ ਖਾਨ ਦੇ ਨਾਲ ਕੀਤਾ ਜੀ। ਜਬ ਗਿਰਨ ਲਾਗ ਕਹੇ ਗੁਰ ਉਦਾਗ। ਉਸ ਸਮੇਂ ਜਦੋਂ ਫਿਰ ਡਿੱਗਣ ਲੱਗਿਆ ਨਾ ਸਤਿਗੁਰਾਂ ਦੀ ਸ੍ਰੀ ਸਾਹਿਬ ਦਾ ਵਾਰ ਖਾ ਕਰਕੇ, ਉਸ ਸਮੇਂ ਬੇਨਤੀ ਕਰਨ ਲੱਗਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਆਲੂ ਦੇ ਤਾਈ। ਤਬ ਤੁਰਕ ਜਨਮ ਕਲਮਾ ਉਚਾਰ। ਵਾਹਿਗੁਰੂ ਕਿਆ ਹੈ ਜਬ ਗਿਰਨ ਲਾਗ ਕਹੇ ਗੁਰ ਉਦਾਰ। ਕਿਆ ਹੈ ਉਦਾਰ ਦਿਆਲੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਪੈਂਦੇ ਖਾਨ ਦੇ ਤਾਈ ਇਸ ਨੂੰ ਡਿੱਗਦੇ ਹੋਏ ਨੂੰ ਵੇਖ ਕਰਕੇ ਕਹਿਣ ਲੱਗੇ ਤੇਰਾ ਤੁਰਕਾਂ ਦੇ ਘਰ ਦਾ ਜਨਮ ਹੈ, ਤੂੰ ਮੁਸਲਮਾਨ ਹੈ,
ਇਸ ਕਰਕੇ ਜਿਹੜਾ ਅੰਤਮ ਕਲਮਾ ਹੈ ਨਾ ਤੇਰਾ, ਇਸ ਕਲਮੇ ਦੇ ਤਾਈਂ ਤੂੰ ਹੁਣ ਆਪਣੀ ਰਸਨਾ ਤੋਂ ਪੜ੍ਹ ਲੈ, ਉਚਾਰਨ ਕਰ ਲੈ। ਦੋਹਰਾ ਗਿਰਨ ਲੱਗਿਓ ਪੈਂਦਾ ਕਹੈ, ਸ੍ਰੀ ਗੁਰ ਤਵ ਤਰਵਾਰ। ਇੱਧਰ ਜਦੋਂ ਡਿੱਗਣ ਲੱਗਿਆ ਪੈਂਦੇ ਖਾਨ ਮੌਤ ਨੇੜੇ ਵੇਖੀ ਬੇਨਤੀ ਕਰਨ ਲੱਗਾ, ਕਹਿੰਦਾ ਮਹਾਰਾਜ ਜੀ ਮੇਰਾ ਕਲਮਾ ਤੇ ਹੁਣ ਜੋ ਆਪ ਜੀ ਦੀ ਸ਼੍ਰੀ ਸਾਹਿਬ ਹੈ, ਭਾਈ ਰੂਪ ਕਲਮ ਅਬਹਿ ਕਰੀਐ ਮੋਹਿ ਉਦਾਰ। ਇਹ ਸ਼੍ਰੀ ਸਾਹਿਬ ਹੀ ਮੇਰਾ ਅਖੀਰੀ ਕਲਮਾ ਹੋ ਗਈ ਹੈ ਜੀ। ਹੁਣ ਕਿਰਪਾ ਕਰੋ ਮੇਰੇ ਤੇ, ਬਖਸ਼ਿਸ਼ ਕਰੋ, ਮੇਰਾ ਉਧਾਰ ਕਰ ਦਿਓ, ਮੇਰਾ ਭਾਰ ਉਤਾਰਾ ਕਰ ਦੇਵੋ ਜੀ। ਦੋਹਰਾ ਪੈਂਦ ਖਾਨ ਜਬ ਦੀਨ ਹਵੈ, ਕੀਨ ਸਬਾਕ ਬਖਾਨ। ਇਉਂ ਜਦੋਂ ਪੈਂਦੇ ਖਾਨ ਨੇ ਦੀਨ ਹੋ ਕਰਕੇ ਆਪਣੇ ਮਨ ਤੋਂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ, ਡਿੱਗਦੇ ਵਕਤ, ਮਰਦੇ ਵਕਤ, ਇਸ ਤਰੀਕੇ ਦੇ ਜਦੋਂ ਵਚਨ ਕੀਤੇ ਹਨ ਪ੍ਰੇਮ ਵਾਲੇ। ਸ੍ਰੀ ਗੁਰ ਤੁਮਰੇ ਹਾਥ ਕੀ ਮਿਸਰੀ ਕਲਮਾ ਜਾਨ। ਕਿ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਦੇ ਕਰ ਕਮਲਾਂ ਦੀ ਸ਼੍ਰੀ ਸਾਹਿਬ ਹੀ ਮੇਰੇ ਵਾਸਤੇ, ਜਿਹੜੀ ਮਿਸ਼ਰ ਦੀ ਬਣੀ ਹੋਈ ਸੁੰਦਰ ਖੂਬਸੂਰਤ ਸ਼੍ਰੀ ਸਾਹਿਬ ਹੈ, ਇਹ ਮੇਰੇ ਵਾਸਤੇ ਕਲਮਾ ਹੈ। ਕਲਮਾ ਨੂੰ ਇਸਲਾਮ ਧਰਮ ਦੇ ਵਿੱਚ ਸਾਰੇ ਪਾਪਾਂ ਦੇ ਵਿਨਾਸ਼ਕ ਮੰਨਿਆ ਹੈ। ਇਸ ਕਰਕੇ ਜਦੋਂ ਭਾਰੀ ਵਿਪਤਾ ਦੇ ਵਿੱਚ ਕੋਈ ਮੁਸਲਮਾਨ ਹੋਵੇ, ਆਪਣਾ ਅੰਤਮ ਸਮਾਂ ਨੇੜੇ ਵੇਖਦਾ ਹੋਵੇ, ਉਹ ਹਮੇਸ਼ਾ ਕਲਮਾ ਉਚਾਰਨ ਦੀ ਕੋਸ਼ਿਸ਼ ਕਰਦਾ ਹੈ। ਲਾ ਇਲਾਹ ਮੁਹੰਮਦ ਰਸੂਲ ਇਲਾਹ, ਇਹ ਕਲਮਾਂ ਦੇ ਬੋਲ ਹੈ ਕਿ ਮੁਹੰਮਦ ਸਾਹਿਬ ਹੀ ਰਸੂਲ ਉਸ ਪਰਮੇਸ਼ਰ ਦੇ, ਅੱਲਾਹ ਤਾਲਾ ਦੇ ਸਰੂਪ ਹੈ ਔਰ ਬਖਸ਼ਣਹਾਰ ਹੈ। ਉਹ ਕਿਰਪਾ ਕਰਕੇ ਮੇਰੇ ਸਾਰੇ ਦੋਸ਼ਾਂ ਨੂੰ, ਮੇਰੇ ਸਾਰੇ ਗੁਨਾਹਾਂ ਨੂੰ ਹੁਣ ਬਖਸ਼ ਦੇਣ ਤੇ ਮੈਨੂੰ ਸ਼ਾਂਤੀ ਪ੍ਰਾਪਤ ਹੋਵੇ। ਇਹ ਉਹਨਾਂ ਦਾ ਯਕੀਨ ਹੈ ਦ੍ਰਿੜ। ਪਰ ਜਿਵੇਂ ਕਿ ਹਰੇਕ ਧਰਮ ਦਾ ਅਸੂਲ ਹੈ, ਜਿਹੜਾ ਬੰਦਾ ਜਿਉਂਦੇ ਜੀ ਬੰਦਗੀ ਕਰਦਾ ਰਹਿੰਦਾ, ਮੌਤ ਦੇ ਵੇਲੇ ਰੱਬ ਉਹਨੂੰ ਹੀ ਚੇਤੇ ਆਉਂਦਾ ਹੈ। ਜਿਹੜਾ ਜਿਉਂਦੇ ਜੀ ਭੁੱਲਿਆ ਰਹਿੰਦਾ, ਉਹਨੂੰ ਥੋੜ੍ਹੀ ਚੇਤੇ ਆਉਂਦਾ ਹੈ। ਖਿਰੇ ਪ੍ਰਸੰਗ ਦਾ ਵਿਸ਼ਾ ਨਹੀਂ, ਇਹ ਕਲਮਾ ਹੁੰਦੀ ਹੈ। ਮਹਾਰਾਜ ਨੇ ਕਿਹਾ ਤੇਰਾ ਤੁਰਕਾਂ ਦੇ ਘਰ ਦਾ ਜਨਮ ਹੈ, ਇਸ ਕਰਕੇ ਕਲਮਾ ਉਚਾਰਨ ਕਰ ਲੈ, ਤੇਰਾ ਭਲਾ ਹੋ ਜਾਵੇ। ਇਹ ਕਹਿਣ ਲੱਗਾ ਨਹੀਂ ਮਹਾਰਾਜ, ਸੱਚੇ ਪਾਤਸ਼ਾਹ ਆਪ ਜੀ ਦੇ ਕਰ ਕਮਲਾਂ ਦੇ ਵਿੱਚ ਪਕੜੀ ਹੋਈ ਸ਼੍ਰੀ ਸਾਹਿਬ ਜਿਸ ਨੇ ਮੇਰਾ ਅੰਤ ਕੀਤਾ, ਇਹ ਹੀ ਹੁਣ ਮੇਰਾ ਕਲਮਾ ਹੈ ਜੀ। ਮਿਸਰੀ ਨੂੰ ਇੱਕ ਤੇ ਅਰਥ ਹੈ ਦਾ, ਮਿਸਰੀ ਸ਼੍ਰੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਕਰ ਕਮਲਾਂ ਵਿੱਚ ਸੀ, ਮਿਸਰ ਦੇਸ਼ ਦੀ ਬਣੀ, ਬੜੀ ਖੂਬਸੂਰਤ ਸੋਹਣੀ ਪ੍ਰਚੰਡ। ਔਰ ਦੂਜੇ ਬੰਨੇ ਵੈਦ ਲੋਕ ਹੈ ਜਿਹੜੇ ਮਿਸਰੀ ਨੂੰ ਸਭ ਨਾਲੋਂ ਉੱਤਮ ਔਸ਼ਧੀ ਮੰਨਦੇ ਆ। ਤਪਸ਼ ਦੇ ਜਿੰਨੇ ਰੋਗ ਹੈ ਸਾਰਿਆਂ ਨੂੰ ਸ਼ਾਂਤ ਕਰਨ ਦੇ ਵਿੱਚ ਮਿਸਰੀ ਸਮਰੱਥ ਹੈ। ਜੰਮੀ ਹੋਈ ਖੰਡ ਤਪਸ਼ ਦੇ ਤਮਾਮ ਰੋਗ ਮਿਟਾ ਦਿੰਦੀ ਹੈ ਮਿਸ਼ਰੀ। ਇਸ ਕਰਕੇ ਮਿਸ਼ਰੀ ਨੂੰ ਸਭ ਨਾਲੋਂ ਉੱਤਮ ਮੰਨਿਆ ਗਿਆ ਹੈ। ਸੋ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਵਾਸਤੇ ਮਿਸ਼ਰੀ ਦੀ ਨਿਆਈ ਮਿੱਠੀ ਕਲਮਾ ਹੈ, ਆਪ ਜੀ ਦੀ ਹੱਥ ਵਿੱਚ ਪਕੜੀ ਹੋਈ ਸ਼ਮਸ਼ੀਰ। ਜਿਵੇਂ ਮਿਸ਼ਰੀ ਤਪਸ਼ ਦੇ ਰੋਗ ਸ਼ਾਂਤ ਕਰਦੇ ਹੈ, ਮਰਨ ਵਕਤ ਮੇਰੇ ਸਾਰੇ ਦੋਸ਼, ਮੇਰੇ ਸਾਰੇ ਗੁਨਾਹ ਜਿਹੜੇ ਮੈਨੂੰ ਤਪਸ਼ ਦੇਣ ਵਾਲੇ ਹੈ, ਉਹ ਕਿਰਪਾ ਕਰਕੇ ਮਿਟਾ ਦਿਓ, ਸ਼ਾਂਤ ਕਰ ਦਿਓ, ਉਹਨਾਂ ਸਾਰਿਆਂ ਦੀ ਨਿਰਵਿਰਤੀ ਹੋ ਜਾਵੇ। ਇਸ ਤਰੀਕੇ ਦੇ ਨਾਲ ਇਸਨੇ ਘਗਿਆ ਕਰਕੇ ਮਰਨ ਲੱਗਿਆਂ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਚੌਪਈ ਸੁਣਤ ਸਨੇਹਾ ਹਿਰਦੈ ਹੋਏ ਆਇਓ। ਜਦੋਂ ਬੇਨਤੀ ਸੁਣੀ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ, ਸੁਣਦਿਆਂ ਸਾਰ ਹਿਰਦੇ ਦੇ ਵਿੱਚ ਪ੍ਰੇਮ ਉਮੜ ਪਿਆ। ਪਤ ਪਾਰਿਓ ਪਰਬ ਅਪਨਾਇਓ। ਗਰੀਬ ਨਵਾਜ ਦੀ ਸੁਰਤ ਦਰਵੀ, ਹਿਰਦਾ ਦਰਵਿਆ। ਇਹ ਧਰਮੀ ਮਨੁੱਖ ਦਾ, ਇੱਕ ਪੈਗੰਬਰ ਦਾ ਇਸ ਤਰੀਕੇ ਦੇ ਨਾਲ ਹਿਰਦਾ ਦਰਵ ਸਕਦਾ। ਰਣ ਭੂਮੀ ਦੇ ਵਿੱਚ ਵੈਰੀ ਸਾਹਮਣੇ ਮਰਦਾ ਹੋਵੇ, ਆਪਣੇ ਹੱਥੋਂ ਮਾਰਨ ਵਾਲਾ ਹੰਕਾਰ ਵਿੱਚ ਆ ਜਾਂਦਾ ਵੀ ਮੈਨੂੰ ਜਸ ਮਿਲੇਗਾ, ਵਡਿਆਈ ਮਿਲੇਗੀ। ਜੰਗ ਲੜਨ ਵਾਲਿਆਂ ਦੇ ਹਿਰਦੇ ਕਠੋਰ ਹੋ ਜਾਇਆ ਕਰਦੇ ਹੈ, ਦਰਵਦੇ ਨਹੀਂ ਹਨ ਰਣ ਭੂਮੀ ਦੇ ਵਿੱਚ। ਇਹ ਪੈਗੰਬਰ ਹੁੰਦੇ ਆ, ਪੀਰ ਹੁੰਦੇ ਆ, ਅਵਤਾਰ ਹੁੰਦੇ ਆ, ਰੱਬ ਰੂਪ ਹੁੰਦੇ, ਅਧਿਆਤਮਿਕ ਪੁਰਸ਼
ਜਿਨ੍ਹਾਂ ਦੇ ਹਿਰਦੇ ਦੇ ਵਿੱਚ ਦਇਆ ਭਰੀ ਹੁੰਦੀ ਹੈ, ਤਰਸ ਹੁੰਦਾ ਹੈ। ਜਿਵੇਂ ਮਾਂ ਦੇ ਹਿਰਦੇ ਦੇ ਵਿੱਚ ਆਪਣੇ ਪੁੱਤ ਦੇ ਪ੍ਰਤੀ ਸਦਾ ਸਨੇਹ ਹੁੰਦਾ ਨਾ, ਜਿੱਡੀ ਵੱਡੀ ਮਰਜ਼ੀ ਗਲਤੀ ਕਰ ਦੇਵੇ ਮਾਂ ਡਾਂਟਦੀ ਆ 2 ਘੜੀਆਂ ਦੇ ਵਾਸਤੇ, ਉਹਦੇ ਨਾਲ ਗੁੱਸੇ ਰਹਿੰਦੀ ਹੈ। ਜੇ ਕਿਤੇ ਹੱਸ ਕੇ ਪੁੱਤ ਗੋਡੀ ਹੱਥ ਲਾ ਕੇ ਮਾਂ ਨੂੰ ਕਹਿ ਦੇਵੇ ਵੀ ਮਾਂ ਮੇਰੇ ਤੋਂ ਗਲਤੀ ਹੋ ਗਈ, ਮਾਫ ਕਰ ਦੇ, ਤੇ ਆਪਦੇ ਪੁੱਤ ਤੋਂ ਮਾਂ ਕਿੰਨਾ ਕੁ ਚਿਰ ਦੂਰ ਰਹਿ ਸਕਦੀ ਹੈ। ਤਮਾਮ ਕੀਤੇ ਹੋਏ ਗੁਨਾਹ, ਵਧੀਕੀਆਂ, ਪਾਪ ਸਭ ਬਖਸ਼ ਦਿੰਦੀ ਹੈ, ਗਲਵੱਕੜੀ ਵਿੱਚ ਲੈ ਲੈਂਦੀ ਹੈ। ਇਉਂ ਅਧਿਆਤਮੀ ਪੁਰਸ਼ਾਂ ਦੇ ਹਿਰਦਿਆਂ ਵਿੱਚ ਤਰਸ ਹੁੰਦਾ ਹੈ, ਦਇਆ ਹੁੰਦੀ ਹੈ। ਉਹ ਦੋਸ਼ੀ ਨੂੰ, ਉਹ ਗੁਨਾਹਗਾਰ ਨੂੰ, ਉਹ ਪਾਪੀ ਨੂੰ ਜਦੋਂ ਕੋਈ ਉਹਨਾਂ ਨੂੰ ਸਮਰਪਿਤ ਹੋ ਕੇ ਉਹਨਾਂ ਦੇ ਸਨਮੁਖ ਬੇਨਤੀ ਕਰਦਾ, ਮਾਂ ਦੀ ਨਿਆਈ ਬਖਸ਼ ਦਿੰਦੇ ਆ। ਹਿਰਦੇ ਦਰਵ ਜਾਂਦੇ ਉਸੇ ਸਮੇਂ। ਨਹੀਂ ਤੇ ਉਹਨਾਂ ਨੇ ਕੁਛ ਲੈਣਾ ਥੋੜ੍ਹੀ ਹੁੰਦਾ ਦੁਨੀਆ ਤੋਂ, ਜਿਹੜੇ ਮੁਕਤ ਹੋ ਕੇ ਬੈਠੇ ਹੈ। ਕੀ ਲੋੜ ਹੈ ਉਹਨਾਂ ਨੂੰ ਆਪਣੇ ਆਪ ਨੂੰ ਗੱਲਾਂ ਕਰਵਾਉਣ ਦੀ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਲੋਕ ਪੱਥਰ ਮਾਰਦੇ ਹੈ, ਕੋਈ ਭੂਤਨਾ ਕਹਿੰਦਾ, ਕੋਈ ਬੇਤਾਲਾ ਕਹਿੰਦਾ ਹੈ। ਸੱਚੇ ਪਾਤਸ਼ਾਹ ਫਿਰ ਵੀ ਦੁਨੀਆ ਨੂੰ ਪਾਰ ਉਤਾਰਨ ਦੇ ਵਾਸਤੇ ਉਪਦੇਸ਼ ਦੇ ਰਹੇ ਆ, ਮਿੱਠੀ ਬਾਣੀ ਉਚਾਰਨ ਕਰ ਰਹੇ ਹਨ। ਕਿਉਂ? ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਤਰਸ ਹੈ, ਦਇਆ ਹੈ, ਹਿਰਦਾ ਕੋਮਲ ਹੈ, ਦਰਵ ਜਾਂਦਾ ਹੈ ਹਾਲਾਤ ਵੇਖ ਕੇ। ਚਾਹੁੰਦੇ ਹੈ ਇਹ ਪਾਪਾਂ ਦੇ ਭਰੇ, ਇਹ ਤਪਸ਼ਾਂ ਦੇ ਭਰੇ, ਇਹ ਗੁਨਾਹਾਂ ਦੇ ਭਰੇ, ਪੀੜਾ ਦੁੱਖ ਸਹਿ ਰਹੇ ਲੋਕ, ਇਹ ਦੋਸ਼ ਮੁਕਤ ਹੋਣ, ਪਾਪ ਮੁਕਤ ਹੋਣ, ਇਹ ਪੀੜਾ ਮੁਕਤ ਹੋਣ, ਇਹਨਾਂ ਦੀ ਦਰਦ ਮਿਟ ਜਾਵੇ, ਇਹਨਾਂ ਦੀ ਪੀੜ ਮਿਟ ਜਾਵੇ। ਭਗਤ ਕਬੀਰ ਸਾਹਿਬ ਕਿਆ ਜਾਨੋ ਕਿਛ ਹਰ ਕੀਆ ਭਈ ਕਬੀਰ ਕਬੀਰ, ਕਹਿੰਦੇ ਆਪਣੇ ਉਧਾਰ ਤੋਂ ਬਾਅਦ ਉਹਨਾਂ ਨੇ 9 ਕਰੋੜ ਹੋਰ ਲੋਕਾਂ ਦਾ ਉਧਾਰ ਕੀਤਾ, ਮੁਕਤ ਕੀਤਾ। ਆਪ ਮੁਕਤ ਹੋਣ ਤੋਂ ਬਾਅਦ 9 ਕਰੋੜ ਹੋਰ ਲੋਕਾਂ ਦਾ। ਵੇਖੋ ਕਿੰਨਾ ਤਰਸ ਹੈ ਲੁਕਾਈ ਦੇ ਉੱਪਰ। ਸਾਨੂੰ 4 ਪੈਸੇ ਪ੍ਰਾਪਤ ਹੋ ਜਾਣ, ਅਸੀਂ ਘੁੱਟ ਘੁੱਟ ਕੇ ਆਪਣੇ ਪਾਸ ਰੱਖਦੇ ਹਾਂ। ਹਰ ਰੋਜ਼ ਹਿਸਾਬ ਕਿਤਾਬ ਲਾ ਲਾ ਕੇ ਵੇਖੀਦਾ ਕਿਤੇ ਨਜਾਇਜ਼ ਤਾਂ ਨਹੀਂ ਵਰਤਿਆ ਗਿਆ, ਕਿਸੇ ਨੂੰ ਨਜਾਇਜ਼ ਤਾਂ ਨਹੀਂ ਦਿੱਤਾ ਗਿਆ। ਸਮਾਂ ਕੱਢਣ ਤੋਂ ਕੰਨੀ ਕਤਰਾਈ ਦੀ ਹੈ। ਕਿੰਨਾ ਤਰਸ ਹੈ ਉਹਨਾਂ ਦੇ ਦਿਲ ਦੇ ਵਿੱਚ। ਆਪਣਾ ਸਾਰਾ ਸਮਾਂ ਲੁਕਾਈ ਦੀ ਭਲਾਈ ਦੇ ਵਾਸਤੇ ਲਾ ਦਿੱਤਾ। ਆਪਦਾ ਭਲਾ ਬੁਰਾ ਕੁਛ ਵੀ ਨਹੀਂ ਵਿਚਾਰਿਆ, ਆਪਦੀ ਨਿੰਦਿਆ ਤਾਨੇ ਮਿਹਣੇ ਦੁਨੀਆ ਦੇ ਸਭ ਇੱਕ ਬੰਨੇ ਕਰ ਛੱਡੇ। ਕੇਵਲ ਪਰਉਪਕਾਰ ਹਿਤ ਜੀਣਾ ਅਵਤਾਰੀ ਪੁਰਸ਼ਾਂ ਦੇ ਲੱਛਣ ਹੁੰਦੇ ਆ। ਇਹ ਗੁਣ ਗੁਰੂਆਂ ਦੇ ਵਿੱਚ ਹੁੰਦੇ ਆ, ਇਹ ਗੁਣ ਅਵਤਾਰਾਂ ਦੇ ਵਿੱਚ ਹੁੰਦੇ ਆ, ਇਹ ਗੁਣ ਰੱਬੀ ਰੂਹਾਂ ਦੇ ਵਿੱਚ ਹੁੰਦੇ ਆ, ਦੁਨਿਆਵੀਆਂ ਦੇ ਵਿੱਚ ਨਹੀਂ ਹੁੰਦੇ। ਗਰੀਬ ਨਵਾਜ ਦਾ ਆਪਣੇ ਹੱਥੀਂ ਪੈਂਦੇ ਖਾਣ ਨੂੰ ਮਾਰਨਾ ਇਹ ਸੂਰਮਤਾਈ ਦਾ ਫਰਜ਼ ਸੀ। ਲਲਕਾਰਿਆ ਸੀ ਪੈਂਦੇ ਖਾਣ ਨੇ ਆਣ ਕਰਕੇ ਵੀ ਮਹਾਰਾਜ ਸਾਵਧਾਨ ਹੋ ਜਾਵੋ, ਨਹੀਂ ਤਾਂ ਮੈਂ ਚੁੱਕ ਕੇ ਲੈ ਜਾਵਾਂਗਾ, ਪਕੜ ਕੇ ਲੈ ਜਾਵਾਂਗਾ। ਬਾਦਸ਼ਾਹ ਦੇ ਪਾਸ ਜਾਵੋ, ਨਹੀਂ ਤੇ ਉੱਥੇ ਜਾ ਕਰਕੇ ਆਪਣੀਆਂ ਭੁੱਲਾਂ ਨੂੰ ਬਖਸ਼ਾ ਲਵੋ। ਉਹ ਸੂਰਮਤਾਈ ਦਾ ਗੁਣ ਸੀ। ਹੁਣ ਇਸ ਦੀ ਘਗਿਆਟ ਸੁਣੀ, ਇਸ ਦੀ ਬੇਨਤੀ ਸੁਣੀ, ਇਸ ਦੀ ਮਿੰਨਤ ਸੁਣੀ। ਹੁਣ ਦਰਵਣਾ, ਹੁਣ ਹਿਰਦੇ ਦਾ ਕੋਮਲਤਾ ਨੂੰ ਪ੍ਰਾਪਤ ਹੋਣਾ, ਇਹ ਇੱਕ ਪੈਗੰਬਰ ਦਾ ਗੁਣ ਹੈ, ਇਹ ਇੱਕ ਗੁਰੂ ਦਾ ਫਰਜ਼ ਹੈ, ਇਹ ਰੱਬ ਦਾ ਫਰਜ਼ ਹੈ, ਇਹ ਵਾਹਿਗੁਰੂ ਦਾ ਫਰਜ਼ ਹੈ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਿਰਦੇ ਵਿੱਚ ਸਨੇਹ ਆਇਆ। ਇਸ ਦੀ ਬੇਨਤੀ ਸੁਣ ਕੇ ਪ੍ਰੇਮ ਦਾ ਉਛਾਲਾ ਉੱਠਿਆ ਜੀ। ਪਤ ਪਾਰਿਓ ਪ੍ਰਭ ਅਪਨਾਇਓ। ਗਰੀਬ ਨਵਾਜ ਜੀ ਨੇ ਵਿਚਾਰ ਕੀਤੀ, ਕਹਿੰਦੇ ਪਹਿਲੋਂ ਇਸ ਨੂੰ ਅਪਣਾਇਆ। 16 ਬਰਸਾਂ ਦਾ ਸੀ ਜਿਸ ਸਮੇਂ ਪੈਂਦੇ ਖਾਨ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਆਇਆ ਸੀ।
ਇਸ ਨੂੰ ਅਪਣਾਇਆ, ਫਿਰ ਇਸ ਦੀ ਪ੍ਰਤਪਾਲਨਾ ਕੀਤੀ ਹੈ। ਨਿਜ ਕਰ ਗਰਾਸ ਪਾਏ ਮਖ ਮਾਹੀ, ਆਪਣੇ ਪਵਿੱਤਰ ਕਰ ਕਮਲਾਂ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਇਹਦੇ ਮੂੰਹ ਦੇ ਵਿੱਚ ਗਰਾਹੀਆਂ ਦਿੱਤੀਆਂ, ਰੋਟੀ ਦੀਆਂ ਬੁਰਕੀਆਂ ਪਾਈਆਂ, ਉੱਤਮ ਵਸਤ ਦੇਤਾ ਨਿਤ ਜਾਹੀ। ਔਰ ਹਰ ਰੋਜ਼ ਆਪਣੀਆਂ ਉੱਤਮ ਵਸਤੂਆਂ ਦੇ ਵਿੱਚੋਂ ਉੱਤਮ ਵਸਤੂਆਂ ਇਹਦੇ ਤਾਈਂ ਖੁਸ਼ੀ ਕਰਕੇ ਇਹਨੂੰ ਦਿੰਦੇ ਹੁੰਦੇ ਸੀ ਗਰੀਬ ਨਵਾਜ ਸੱਚੇ ਪਾਤਸ਼ਾਹ। ਭਾਂਤ ਭਾਂਤ ਕੋਸ਼ਿਸ਼ ਪਹਿਰਾਏ, ਅਨੇਕਾਂ ਤਰੀਕਿਆਂ ਦੀਆਂ ਪੁਸ਼ਾਕਾਂ ਇਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਵਜੋਂ ਦੇ ਦੇਣੀਆਂ ਇਸ ਨੂੰ ਪਹਿਰਨ ਦੇ ਵਾਸਤੇ। ਭਾਂਤ ਭਾਂਤ ਕੇ ਅਸਨ ਚਾਏ, ਅਨੇਕਾਂ ਤਰੀਕਿਆਂ ਦੇ ਭੋਜਨ ਇਸ ਦੇ ਤਾਈਂ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਛਕਾਉਂਦੇ ਹੁੰਦੇ ਸੀ। ਇੱਕ ਗਾਗਰ ਪੂਰੀ ਭਰ ਕਰਕੇ ਦੁੱਧ ਦੀ ਉਹਦੇ ਵਿੱਚ ਮਿਸ਼ਰੀ ਪਾ ਪਾ ਕੇ ਉਬਾਲਣਾ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ। ਜਦੋਂ ਉਹ ਦੁੱਧ ਪੂਰਾ ਸੰਘਣਾ ਹੋ ਜਾਣਾ ਨਾ, ਖੁਰਪੇ ਦੇ ਉੱਪਰ ਖੁਰਚਣੇ ਦੇ ਉੱਪਰ ਖਣਾਉਣ ਲੱਗ ਜਾਣਾ ਜਦੋਂ ਉਸ ਦੁੱਧ ਨੇ, ਉਦੋਂ ਉਸ ਨੂੰ ਲਾਹ ਕਰਕੇ ਠਾਰ ਕਰਕੇ ਆਪ ਆਪਣੇ ਕਰ ਕਮਲਾਂ ਦੇ ਨਾਲ ਪਿਆਉਣਾ, ਪੈਂਦੇ ਖਾਣ ਨੂੰ ਛਕਾਉਣਾ। ਇਸ ਤਰੀਕੇ ਦੇ ਨਾਲ ਇਸ ਦੀ ਪ੍ਰਤਪਾਲਨਾ ਕੀਤੀ ਹੈ। ਜਿਸ ਹੈ ਹਰ ਖਾਵੈ, ਫਿਰ ਜਿਸ ਨੂੰ ਵੇਖ ਕਰਕੇ ਜੰਗ ਦੇ ਵਿੱਚ ਨਿਪੁੰਨ ਹੁੰਦਾ, ਬਲਵਾਨ ਬਣਦਾ ਵੇਖ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਆਪ ਪ੍ਰਸੰਨ ਹੁੰਦੇ ਸੀ ਬਹੁਤ ਜ਼ਿਆਦਾ। ਮਾਨ ਦੇ ਨਿਤ ਤ੍ਰਿਪਤਾਵੈ, ਦਾਨ ਦੇ ਕਰਕੇ, ਮਾਣ ਸਤਕਾਰ ਦੇ ਕਰਕੇ ਆਪ ਸੰਤੋਸ਼ ਪ੍ਰਾਪਤ ਕਰਦੇ ਸਨ। ਜਿਸ ਕੀ ਦਸ਼ਾ ਦੇਖ ਦੁਖ ਵਾਰੀ, ਆਪਣੇ ਐਸੇ ਸੇਵਕ ਦੀ ਪੈਂਦੇ ਖਾਣ ਦੀ ਐਸੀ ਦੁੱਖ ਵਾਲੀ ਦਸ਼ਾ ਵੇਖੀ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ। ਕਮਲ ਬਲੋਚਨ ਤੇ ਤਜ ਬਾਰੀ, ਉਸ ਸਮੇਂ ਗਰੀਬ ਨਵਾਜ ਐਸੇ ਦਰਵੇ, ਐਸਾ ਹਿਰਦਾ ਕੋਮਲਤਾ ਨੂੰ ਪ੍ਰਾਪਤ ਹੋਇਆ, ਗਰੀਬ ਨਵਾਜ ਦੇ ਪਾਵਨ ਨੇਤਰਾਂ ਦੇ ਵਿੱਚੋਂ ਹੰਝੂ ਚੱਲ ਪਏ, ਅਥਰੂ ਡਿੱਗਣ ਲੱਗ ਪਏ ਹਨ, ਜਲ ਵਹਿ ਤੁਰਿਆ ਹੈ। ਜਿਸ ਕੇ ਵਾਹ ਹੋਵਾ, ਵੇਖਿਆ ਹੈ ਪੈਂਦੇ ਖਾਣ ਦੇ ਤਾਈ ਰਣ ਭੂਮੀ ਵਿੱਚ ਪਿਆ ਹੋਇਆ, ਇਸ ਦੇ ਮੱਥੇ ਦੇ ਉੱਪਰ, ਇਸ ਦੇ ਮੂੰਹ ਦੇ ਉੱਪਰ ਬੜਾ ਪਸੀਨਾ ਆਇਆ, ਤਕਲੀਫ ਵਿੱਚ ਹੈ ਨਾ, ਫੱਟ ਲੱਗਿਆ ਹੋਇਆ, ਚੀਰਿਆ ਹੋਇਆ, ਜ਼ਖਮ ਕਰਕੇ ਪਸੀਨੇ ਦੇ ਨਾਲ ਮੂੰਹ ਭਰ ਗਿਆ ਹੈ ਪੀੜਾ ਕਰਕੇ। ਤੜਫ ਰਿਹਾ ਹੈ ਜ਼ਖਮ ਦੀ ਪੀੜ ਦੇ ਨਾਲ ਤੇ ਧੁੱਪ ਦੇ ਵਿੱਚ ਪਿਆ ਹੋਇਆ ਹੈ ਉਸ ਸਮੇਂ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਕਰ ਕਮਲਾਂ ਦੇ ਵਿੱਚ ਜਿਹੜੀ ਪਕੜੀ ਹੋਈ ਢਾਲ ਸੀ ਨਾ ਆਪਣੀ, ਉਸ ਢਾਲ ਦੇ ਨਾਲ ਪੈਂਦੇ ਖਾਂ ਦੇ ਮੁਖ ਤੇ ਛਾਂ ਕੀਤੀ, ਪੈਰ ਹੀ ਧੁੱਪ ਦੇ ਤਾਈਂ ਨਿਰਵਿਰਤ ਕਰ ਦਿੱਤਾ ਹੈ। ਬਦਨ ਪਰ ਘਾਮ ਮਿਟਾਇਆ, ਮੁਖ ਦੇ ਉੱਪਰ ਪੈ ਰਹੀ ਹੋਈ ਧੁੱਪ ਨੂੰ ਨਿਰਵਿਰਤ ਕਰ ਦਿੱਤਾ, ਛਾਂ ਵਿੱਚ ਤਬਦੀਲ ਕੀਤੀ। ਸਾਰੇ ਸਿਪਾਹੀ ਦੋਵੇਂ ਪਾਸੇ ਦੀਆਂ ਫੌਜਾਂ ਵੇਖਦੀਆਂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਨੇਤਰਾਂ ਦੇ ਵਿੱਚੋਂ ਪਰਲ ਪਰਲ ਨੇਤਰ ਜਲ ਦੇ ਨਾਲ ਭਰੇ ਹੋਏ, ਜਲ ਵਹਿ ਰਿਹਾ ਹੈ, ਉਸ ਸਮੇਂ ਅਸ਼ਰੂ ਵਹਿ ਰਹੇ ਹਨ। ਖਾਨ ਕੇ ਮੁਖ ਪਰ ਔਰ ਵਹਿ ਰਹੇ ਹੋਏ ਉਹ ਹੰਝੂ ਪੈਂਦੇ ਖਾਨ ਦੇ ਮੁਖ ਦੇ ਉੱਪਰ ਡਿੱਗ ਰਹੇ ਹਨ ਜੀ। ਕਹਿੰਦੇ ਜਿਸ ਤਰੀਕੇ ਦੇ ਨਾਲ ਪਾਣੀ ਜਲ ਕਾਸ਼ਟ ਲੱਕੜ ਦੇ ਤਾਈਂ ਪਾਲ ਕਰਕੇ ਵਧਾਉਂਦਾ ਹੈ, ਵੱਡੇ ਕਰ ਦਿੰਦਾ ਹੈ, ਫਿਰ ਉਹਨੂੰ ਆਪਣੀ ਜਾਣ ਕਰਕੇ, ਆਪ ਪ੍ਰਤਪਾਲੀ ਜਾਣ ਕਰਕੇ ਉਸ ਦੇ ਤਾਈਂ ਆਪਦੇ ਵਿੱਚ ਡੁਬੋਂਦਾ ਨਹੀਂ ਹੈ, ਪਾਣੀ ਗਿੱਲੀ ਲੱਕੜ ਨੂੰ ਵੀ ਤਾਰ ਦਿੰਦਾ ਹੈ ਜੀ। ਇਸੇ ਤਰੀਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਪਾਲਿਆ ਇਸ ਪੈਂਦੇ ਖਾਨ ਨੂੰ, ਸੂਰਬਤਾਈ ਦੇ ਫਰਜ਼ ਨੂੰ ਨਿਭਾਉਂਦਿਆਂ ਇਸ ਦਾ ਵੱਧ ਕੀਤਾ ਹੈ। ਹੁਣ ਤੜਫਦੇ ਹੋਏ ਪਏ ਨੂੰ ਵੇਖ ਕਰਕੇ ਹਿਰਦਾ ਦਰਵੀਭੂਤ ਹੋਇਆ ਜਲ ਦੀ ਨਿਆਈ, ਔਰ ਇਸ ਨੂੰ ਮੁਕਤ ਕਰਨ ਦਾ ਮਨ ਬਣਾ ਲਿਆ ਮਹਾਰਾਜ ਨੇ, ਇਹਦਾ ਉਧਾਰ ਕਰਨ ਦਾ ਮਨ ਬਣਾ ਲਿਆ। ਸੋ ਜਿਸ ਵਕਤ ਗਰੀਬ ਨਵਾਜ ਦੇ ਹੰਝੂ ਇਸ ਦੇ ਮੁਖ ਤੇ ਪਏ, ਤੜਫਦਾ ਹੋਇਆ ਜੋ ਸਰੀਰ ਇਸ ਦਾ ਪੀੜ ਦੇ ਨਾਲ ਹਿੱਲ ਰਿਹਾ ਸੀ, ਉਹ ਉਸੇ ਸਮੇਂ ਸ਼ਾਂਤ ਹੋ ਗਿਆ। ਇੱਕ ਛਿਣ ਮਾਤਰ ਦੇ ਵਿੱਚ ਇਸ ਦੇ ਪ੍ਰਾਣ ਨਿਕਲ ਗਏ ਜੀ। ਇਸ ਦੇ ਮਰਦੇ ਸਾਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਪਣੇ ਹਿਰਦੇ ਦੇ ਵਿੱਚ ਬੜਾ ਪ੍ਰੇਮ ਇਸ ਦਾ ਧਾਰਿਆ। ਇੱਥੋਂ ਤੱਕ ਆਪਣਾ ਮਨ ਬਣਾ ਲਿਆ ਵੀ ਹੁਣ ਅਸੀਂ ਅੱਜ ਤੋਂ ਬਾਅਦ ਸ਼ਸਤਰ ਤਿਆਗ ਦੇਣੇ ਹਨ। ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਰਖ ਮਨੁੱਖਾਂ ਦਾ ਵਿਨਾਸ਼ ਕੀਤਾ ਹੈ।
ਹੈ, ਸੰਘਾਰ ਕੀਤਾ ਹੈ, ਉਹਨਾਂ ਦੇ ਤਾਈਂ ਜੰਗ ਦੇ ਵਿੱਚ ਮਾਰ ਦਿੱਤਾ ਹੈ। ਸਤ ਪਾਰਿਓ ਨਿਜ ਕਰਤੇ ਕਹਾਇਓ। ਇਸ ਪਠਾਨ ਨੂੰ ਪੈਂਦੇ ਖਾਨ ਨੂੰ ਅਸੀਂ ਆਪਣੇ ਹੱਥਾਂ ਨਾਲ ਪਾਲਿਆ ਸੀ, ਆਪਣੇ ਹੱਥਾਂ ਨਾਲ ਪਾਲ ਕੇ ਬਲਵਾਨ ਬਣਾ ਕੇ ਏਡਾ ਵੱਡਾ ਕਰਕੇ ਇਹਨੂੰ ਹੱਥੀਂ ਮਾਰਨਾ ਪਿਆ ਹੈ। ਆਦਿਕ ਸਭ ਦੋਸ਼ ਉਪਾਇਓ। ਇਤਿਆਦਿਕ ਇਹ ਸਾਰੇ ਦੋਸ਼ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਘਾਟੇ ਮਿਥੇ ਜੰਗ ਦੇ ਵਿੱਚ, ਵੀ ਸਾਨੂੰ ਇਹ ਘਾਟਾ ਪਿਆ ਇਸ ਜੰਗ ਦੇ ਵਿੱਚ ਜਿਹਨੂੰ ਅਸੀਂ ਆਪਣੇ ਹੱਥੀਂ ਪਾਲਿਆ ਸੀ, ਉਸ ਦਾ ਅਸੀਂ ਸੰਘਾਰ ਕੀਤਾ ਜੀ। ਅਬਦੇਤ ਤਉ ਕਠਨਾਈ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਹੁਣ ਸ਼ਸਤਰ ਛੱਡ ਦੇਈਏ ਤਾਂ ਵੀ ਬੜੀ ਵੱਡੀ ਕਠਿਨਾਈ ਹੈ, ਭਾਵ ਜੇ ਜੰਗ ਸਮਾਪਤ ਨਹੀਂ ਹੋਇਆ। ਮਨ ਤੇ ਇਹ ਹੈ ਗਰੀਬ ਨਵਾਜ ਦਾ ਵੀ ਹੁਣੇ ਹੀ ਸ਼ਸਤਰ ਰੱਖ ਦੇਈਏ, ਆਪਦੇ ਹੱਥੀਂ ਪਾਲੇ, ਆਪਦੇ ਪਿਆਰੇ ਪੁੱਤਰ ਦੇ ਵਾਂਗੂ ਇੰਨਾ ਸਨੇਹ ਕਰਕੇ ਪਾਲੇ ਇਸ ਪਠਾਨ ਪੈਂਦੇ ਖਾਨ ਨੂੰ, ਸੰਘਾਰਨ ਦਾ ਕਰਕੇ ਐਸਾ ਮਨ ਪਿਘਲਿਆ ਜੀ। ਲਰਨ ਹੇਤ ਸੈਨਾ ਸਮਹਾਈ। ਪਰ ਲੜਨ ਦੇ ਵਾਸਤੇ, ਜੰਗ ਕਰਨ ਦੇ ਵਾਸਤੇ ਸੈਨਾ ਸਾਹਮਣੇ ਖਲੋਤੀ ਹੋਈ ਹੈ। ਤਰਾਸਤ ਤਜ ਦਈ। ਜੇ ਹੁਣੇ ਛੱਡ ਦਿੱਤੇ ਸ਼ਸਤਰ, ਇਹ ਸਾਰੇ ਕਹਿਣਗੇ ਗੁਰੂ ਹਰਗੋਬਿੰਦ ਸਾਹਿਬ ਨੇ ਸਾਡੇ ਤੋਂ ਡਰਦਿਆਂ ਹੋਇਆਂ ਸ਼ਸਤਰ ਤਿਆਗ ਦਿੱਤੇ ਐ। ਇਮ ਵਿਚਾਰ ਰਹਿ ਤਿਆਗਤ ਭਈ। ਇਸ ਤਰੀਕੇ ਦੀ ਵਿਚਾਰ ਕੀਤੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮਨ ਦੇ ਵਿੱਚ, ਇਸ ਕਰਕੇ ਉਸੇ ਸਮੇਂ ਸ਼ਸਤਰ ਨਹੀਂ ਤਿਆਗੇ। ਸੋ ਇੱਥੋਂ ਤੱਕ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆਈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ।